हाँ जी, सत श्री अकाल जी। बहुत बहुत स्वागत है एक बार फिर तो ਤੁਹਾਡਾ ਸਟੂਡੈਂਟ ਇਨ ਜਰਮਨੀ ਚੈਨਲ 'ਚ। ਸੋ ਅੱਜ ਦੀ ਵੀਡੀਓ ਦਾ ਜਿਹੜਾ ਟੌਪਿਕ ਹੈਗਾ ਜੀ ਸਪਾਊਸ ਵੀਜ਼ਾ। ਸੋ ਸਪਾਊਸ ਵੀਜ਼ੇ 'ਤੇ ਬਾਹਰ ਨੂੰ ਜਾਣਾ ਬਹੁਤ ਹੀ ਚਰਚਾ ਦੇ ਵਿੱਚ ਅੱਜ ਕੱਲ੍ਹ ਇਹ ਚੀਜ਼ ਚੱਲ ਰਹੀ ਆ, ਹੈ ਨਾ। ਲਾਈਕ ਬਹੁਤ ਸਾਰੇ ਸਟੂਡੈਂਟ ਜਿਹੜੇ ਲਾਈਕ ਬਾਹਰ ਜਾਂਦੇ ਨੇ, ਬਾਅਦ ਵਿੱਚ ਆਪਣੇ ਸਪਾਊਸ ਨੂੰ ਬੁਲਾ ਲੈਂਦੇ ਨੇ। ਸੋ ਇਹ ਟੌਪਿਕ ਬਹੁਤ ਹੀ ਜ਼ਿਆਦਾ ਅੱਜ ਕੱਲ੍ਹ ਦੇਖਣ ਦੇ ਵਿੱਚ ਆ ਰਿਹਾ ਆ। ਸੋ ਦੁਨੀਆ ਦੀ ਇੱਦਾਂ ਦੀ ਕੋਈ ਵੀ ਕੰਟਰੀ ਨਹੀਂ ਹੈਗੀ ਜਿੱਥੇ ਤੁਸੀਂ ਆਪਣੇ ਸਪਾਊਸ ਨੂੰ ਨਹੀਂ ਲੈ ਕੇ ਜਾ ਸਕਦੇ। ਇਹ ਹੋ ਸਕਦਾ ਜੀ ਕਿ ਲਾਈਕ ਬਹੁਤ ਸਾਰੀਆਂ ਕੰਟਰੀਆਂ ਹੈਗੀਆਂ ਇੱਦਾਂ ਦੀਆਂ, ਲਾਈਕ ਜਿੱਦਾਂ ਆਸਟ੍ਰੇਲੀਆ ਚੱਲਦਾ ਹੀ, ਕੈਨੇਡਾ ਹੈਗਾ ਆ, ਤੁਸੀਂ ਸਪਾਊਸ ਨੂੰ ਬਾਅਦ ਵਿੱਚ ਬੁਲਾਉਂਦੇ ਆ। ਬਟ ਯੂਕੇ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਬਹੁਤ ਸਾਰੀਆਂ ਹੋਰ ਆਪਸ਼ਨਸ ਵੀ ਨੇ ਜਿਹਦੇ ਵਿੱਚ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਆ, ਹੈ ਨਾ। ਸੋ ਇੱਦਾਂ ਹੀ ਜਰਮਨੀ ਦੇ ਵਿੱਚ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਨਹੀਂ ਟਰੈਵਲ ਕਰ ਸਕਦੇ, ਸੋ ਉਸ ਨੂੰ ਬਾਅਦ ਵਿੱਚ ਬੁਲਾ ਸਕਦੇ ਆ, ਹੈ ਨਾ। ਸੋ ਅੱਜ ਆਪਾਂ ਡਿਸਕਸ ਕਰਾਂਗੇ ਅਬਾਊਟ ਦਾ ਸਪਾਊਸ ਵੀਜ਼ਾ ਫॉर ਦਾ ਜਰਮਨੀ ਦੇ ਲਈ ਸਪਾਊਸ ਵੀਜ਼ੇ ਦੀ ਕੀ ਰਿਕੁਆਇਰਮੈਂਟ ਹੁੰਦੀ ਆ, ਕੀ ਡਾਕੂਮੈਂਟ ਚਾਹੀਦੇ ਹੁੰਦੇ ਨੇ, ਕਿੰਨਾ ਫੰਡ ਚਾਹੀਦਾ ਹੁੰਦਾ, ਬਲੌਕ ਅਕਾਊਂਟ ਚਾਹੀਦਾ ਜਾਂ ਨਹੀਂ ਚਾਹੀਦਾ, ਜਾਂ A1 ਕੋਰਸ ਚਾਹੀਦਾ ਜਾਂ ਨਹੀਂ ਚਾਹੀਦਾ, ਹੈ ਨਾ। ਬਹੁਤ ਸਾਰੀਆਂ ਇਨਫੋਰਮੇਸ਼ਨਸ ਇਕੱਠੀਆਂ ਕੀਤੀਆਂ, ਬਹੁਤ ਸਾਰੇ ਲੋਕਾਂ ਤੋਂ ਇਨਫੋਰਮੇਸ਼ਨ ਲਈ, ਇੰਟਰਨੈਟ ਤੋਂ ਇਨਫੋਰਮੇਸ਼ਨ ਪੜ੍ਹੀ ਅਤੇ ਬਾਅਦ ਵਿੱਚ ਇਹ ਫਾਈਨਲ ਹੋਇਆ ਕਿ ਵੀਡੀਓ ਬਣਾਉਣੀ ਹੈ ਇਸ ਚੈਨਲ ਦੇ ਉੱਤੇ ਸਪਾਊਸ ਵੀਜ਼ਾ ਨੂੰ ਲੈ ਕੇ। ਕਿਉਂਕਿ ਸਪਾਊਸ ਵੀਜ਼ਾ ਦੇ ਲਈ ਥੋੜ੍ਹੇ ਜਿਹੇ ਕੁਐਸਚਨ ਸੀ ਕਿ ਸਪਾਊਸ ਵੀਜ਼ਾ 'ਤੇ ਤੁਸੀਂ ਵੀਡੀਓ ਨਹੀਂ ਬਣਾ ਰਹੇ। ਸਪਾਊਸ ਕੇਸ ਦੇ ਵਿੱਚ ਲਾਈਕ ਅਸੀਂ ਮੈਰਿਡ ਹਾਂ, ਅਸੀਂ ਆਪਣੀ ਵਾਈਫ ਨੂੰ ਜਾਂ ਆਪਣੇ ਹਸਬੈਂਡ ਨੂੰ, ਹੈ ਨਾ, ਇੱਥੇ ਲੈ ਕੇ ਆਉਣਾ ਆ। ਸੋ ਅਸੀਂ ਕਿੱਦਾਂ ਲੈ ਕੇ ਆ ਸਕਦੇ, ਕੀ ਰਿਕੁਆਇਰਮੈਂਟਸ ਹੁੰਦੀਆਂ ਨੇ, ਉਸ ਟੌਪਿਕ 'ਤੇ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ, ਹੈ ਨਾ। ਕਿਉਂਕਿ ਵੀਡੀਓ ਵੀ ਬਹੁਤ ਜ਼ਿਆਦੀਆਂ ਆਲਰੇਡੀ ਬਣ ਚੁੱਕੀਆਂ ਨੇ। ਸੋ ਗੂਗਲ 'ਤੇ ਇਨਫੋਰਮੇਸ਼ਨ ਆਲਰੇਡੀ ਹੈਗੀ ਆ, ਹੈ ਨਾ। ਸੋ ਤੁਸੀਂ ਲਾਈਕ ਜਰਮਨੀ ਦੀ ਔਫੀਸ਼ੀਅਲ ਵੈਬਸਾਈਟ 'ਤੇ ਦੇਖ ਸਕਦੇ ਆ, ਚੈੱਕਲਿਸਟ ਦੇਖ ਸਕਦੇ। ਮੈਂ ਚੈੱਕਲਿਸਟ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਸਪਾਊਸ ਵੀਜ਼ੇ ਦੀ। ਸੋ ਮੈਂ ਲਿੰਕ ਵੀ ਸ਼ੇਅਰ ਕਰ ਦੂੰਗਾ ਕਿ ਜਿੱਥੇ ਤੁਸੀਂ ਆਪਣੇ ਸਪਾਊਸ ਵੀਜ਼ਾ ਅਪਲਾਈ ਕਰ ਸਕਦੇ ਆ। ਅਪੋਆਇੰਟਮੈਂਟ ਕਿੱਦਾਂ ਲੈਣੀ ਆ, ਉਹ ਸਾਰਾ ਕੁਛ ਆਪਾਂ ਬਾਅਦ ਵਿੱਚ ਇਹ ਜਿੱਦਾਂ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਸਾਰਾ ਕੁਛ ਪਾ ਦੂੰਗਾ, ਤੁਸੀਂ ਉਸ ਚੀਜ਼ ਲੈ ਸਕਦੇ ਆ। ਆਪਾਂ ਗੱਲ ਕਰਨ ਵਾਲੇ ਹਾਂ ਕ੍ਰਾਈਟੀਰੀਆ ਦੀ ਜਾਂ ਰਿਕੁਆਇਰਮੈਂਟਸ ਦੀ। ਸੋ ਬਹੁਤ ਸਾਰੀਆਂ ਇਨਫੋਰਮੇਸ਼ਨ ਆਈਆਂ ਜੀ ਕਿ ਕਈ ਕਹਿੰਦੇ ਜੀ ਲੈਂਗੁਏਜ ਜਿਹੜਾ ਇਹਨਾਂ ਨੇ ਕੋਰਸ ਰੱਖਿਆ ਸੀ ਉਹ ਵੇਵ ਆਫ ਕਰ ਦਿੱਤਾ ਕਿ ਸਾਨੂੰ ਲੈਂਗੁਏਜ ਕਰਨ ਦੀ ਲੋੜ ਨਹੀਂ ਹੈਗੀ। ਸੋ ਕਈ ਕਹਿੰਦੇ ਕਿ ਬਲੌਕ ਅਕਾਊਂਟ ਚਾਹੀਦਾ, ਕਈ ਕਹਿੰਦੇ ਬਲੌਕ ਅਕਾਊਂਟ ਨਹੀਂ ਚਾਹੀਦਾ। ਸੋ ਬਹੁਤ ਸਾਰੀਆਂ ਇਨਫੋਰਮੇਸ਼ਨ ਲਾਈਕ ਸਾਰੇ ਪਾਸਿਆਂ ਤੋਂ ਇਕੱਠੀਆਂ ਕੀਤੀਆਂ ਅਤੇ ਫਾਈਨਲ ਕੀ ਚਾਹੀਦਾ ਆ ਐਕਸਪੀਰੀਅੰਸ ਦੇ ਨਾਲ ਬੋਲ ਰਿਹਾ ਕਿ ਕਿਉਂਕਿ ਬਹੁਤ ਸਾਰੇ ਮੇਰੇ ਫਰੈਂਡ ਸਰਕਲ ਆ ਜਿਹਨਾਂ ਨੇ ਆਪਣੇ ਸਪਾਊਸ ਨੂੰ ਇਨਵਾਈਟ ਕੀਤਾ ਆ ਅਤੇ ਉਹ ਲੈ ਕੇ ਵੀ ਆਏ ਆ, ਜਾਂ ਜਿਨ੍ਹਾਂ ਦੀਆਂ ਫਾਈਲ ਰਿਜੈਕਸ਼ਨ ਹੋਈਆਂ, ਹੈ ਨਾ। ਸੋ ਉਹਦੇ 'ਤੇ ਆਪਾਂ ਗੱਲ ਕਰਨ ਵਾਲੇ ਹਾਂ। ਸੋ ਸਭ ਤੋਂ ਪਹਿਲਾਂ ਜੀ, ਅਗਰ ਤੁਸੀਂ ਜਰਮਨੀ ਆਉਣਾ ਆ, ਸੋ ਅਗਰ ਤੁਸੀਂ ਮੈਰਿਡ ਹੋ, ਆਪਣੇ ਸਪਾਊਸ ਨੂੰ ਲੈ ਕੇ ਆ ਰਹੇ ਹੋ ਪੰਜਾਬ ਤੋਂ, ਸੋ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗਾ ਕਿ ਅਗਰ ਤੁਸੀਂ ਕਿਸੇ ਹੋਰ ਕੰਟਰੀ ਜਾ ਰਹੇ ਹੋ, ਸੋ ਉੱਥੇ ਜਾਓ ਐਜ਼ ਕੰਪੇਅਰ ਟੂ ਜਰਮਨੀ। ਕਿਉਂਕਿ ਜਰਮਨੀ ਮੈਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਜਰਮਨੀ ਨੂੰ ਬਹੁਤ ਵਧੀਆ ਕਿਹਾ ਹੋਇਆ ਆ, ਬਟ ਲਾਈਕ ਅਗਰ ਸਪਾਊਸ ਕੇਸ ਦੀ ਗੱਲ ਕੀਤੀ ਜਾਵੇ ਤਾਂ ਸਪਾਊਸ ਵੀਜ਼ਾ ਲੈਣਾ ਇੱਕ ਜਰਮਨੀ ਦੇ ਲਈ ਬਹੁਤ ਆਪਣੇ ਆਪ ਵਿੱਚ ਕੰਪਲੀਕੇਟਡ ਟਾਸਕ ਹੈਗਾ ਆ, ਹੈ ਨਾ। ਇੱਕ ਤਾਂ ਲਾਈਕ ਅਗਰ ਆਪਣੇ ਲਾਈਕ ਬੇਸਿਕਲੀ ਮੈਂ ਜਲੰਧਰ ਸਾਈਡ ਤੋਂ ਬਿਲੋਂਗ ਕਰਦਾ ਕਿ ਜਲੰਧਰ ਦੇ ਵਿੱਚ ਬਹੁਤ ਜ਼ਿਆਦਾ ਕੰਸਲਟੈਂਸੀ ਹੈਗੇ, ਬਹੁਤ ਸਾਰੇ ਏਜੰਟ ਬੈਠੇ ਨੇ। ਬਟ ਅਗਰ ਯੂਰਪ ਦੀ ਗੱਲ ਕਰੀਏ, ਯੂਰਪ ਦੇ ਬਾਰੇ ਕਿਸੇ ਨੂੰ ਕੋਈ ਜ਼ਿਆਦਾ ਨੌਲੇਜ ਨਹੀਂ ਹੈਗੀ। ਬਹੁਤ ਸਾਰੇ ਏਜੰਟਸ ਦੇ ਕੋਲ ਮੈਂ ਵੀ ਫਿਰਿਆ ਸੀ, ਬਟ ਅਗਰ ਗੱਲ ਕਰੀਏ UK ਕੈਨੇਡਾ, ਹੈ ਨਾ, ਸਾਰੇ ਉੱਧਰ ਨੂੰ ਏਜੰਟ ਲੱਗੇ ਹੋਏ ਕਿ ਜਿੱਧਰ ਵੀਜ਼ੇ ਆ ਰਹੇ ਨੇ। ਬਟ ਯੂਰਪ ਦੇ ਲਈ ਕੋਈ ਜ਼ਿਆਦਾ ਰਿਕਮੈਂਡ ਏਜੰਟ ਨਹੀਂ ਹੈਗਾ, ਹੈ ਨਾ। ਸੋ ਉਹਨਾਂ ਨੂੰ ਕਈ ਏਜੰਟਸ ਇੱਦਾਂ ਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਯੂਰਪ ਦੇ ਵਿੱਚ ਅਸੀਂ ਲਾਈਕ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦੇ ਹਾਂ ਜਾਂ ਨਹੀਂ ਜਾ ਸਕਦੇ, ਹੈ ਨਾ। ਸੋ ਉਸੇ ਟੌਪਿਕ 'ਤੇ ਆਪਾਂ ਗੱਲ ਕਰਨ ਵਾਲੇ ਹਾਂ। ਸੋ ਸਭ ਤੋਂ ਪਹਿਲਾਂ ਅਗਰ ਤੁਸੀਂ ਮੈਰਿਡ ਹੋ, ਮੈਂ ਇਹ ਸੁਜੈਸਟ ਕਰੂੰਗਾ ਤੁਸੀਂ ਜਰਮਨੀ ਦੀ ਕੰਪੇਅਰ ਤੁਸੀਂ ਕਿਸੇ ਹੋਰ ਕੰਟਰੀ 'ਚ ਮੂਵ ਕਰੋ। ਬਟ ਅਗਰ ਤੁਸੀਂ ਜਰਮਨੀ ਹੀ ਆਉਣਾ ਆ, ਸੋ ਜਰਮਨੀ ਆਉਣ ਦੇ ਲਈ ਅਗਰ ਤੁਸੀਂ ਮੈਰਿਡ ਹੋ, ਸੋ ਸਭ ਤੋਂ ਪਹਿਲਾਂ ਤੁਹਾਨੂੰ ਬੈਕ ਸਾਈਡ ਅਗਰ ਜਾਈਏ, ਸੋ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਤੁਹਾਡਾ ਗੁਰਦੁਆਰੇ ਦਾ
ਜਾਂ ਮੰਦਰ ਦਾ ਜਾਂ ਮਸਜਿਦ ਦਾ, ਕੋਈ ਵੀ ਤੁਹਾਡਾ ਜਿਹੜਾ ਡਾਕੂਮੈਂਟ ਮੈਰਿਜ ਦਾ ਆ ਉਹਨੂੰ ਇੰਗਲਿਸ਼ ਵਿੱਚ ਕਰਵਾਓ ਜਾਂ ਡੁਆਇਚ ਵਿੱਚ ਕਰਵਾਓ। ਸੋ ਉੱਪਰੋਂ ਤੁਹਾਡੀ ਜਿਹੜੀ ਮੈਰਿਜ ਆ ਉਹ ਰਜਿਸਟਰਡ ਹੋਣੀ ਚਾਹੀਦੀ ਆ, ਅਤੇ ਜਿਹੜਾ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਹੁੰਦਾ ਉਹ ਵੀ ਇੰਗਲਿਸ਼ ਦੇ ਵਿੱਚ ਹੋਣਾ ਚਾਹੀਦਾ ਆ। ਸੋ ਦੂਸਰੀ ਗੱਲ ਇਹ ਆ ਜੀ, ਤੁਹਾਡੇ ਜਿਹੜੇ ਮੈਰਿਜ ਦੀ ਜਿਹੜੀ ਐਲਬਮਸ ਨੇ ਜਾਂ ਫੋਟੋਜ਼ ਨੇ ਉਹ ਸਾਰੇ ਲਾਈਕ ਰਿਚੁਅਲਸ ਨੂੰ ਲਾਈਕ ਧਿਆਨ ਰੱਖ ਕੇ ਖਿੱਚੀਆਂ ਹੋਣੀਆਂ ਚਾਹੀਦੀਆਂ ਨੇ। ਲਾਈਕ ਅਗਰ ਤੁਸੀਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆ ਸੋ ਤੁਹਾਡੀਆਂ ਲਾਈਕ ਫੇਰੇ ਹੋਣੇ ਜ਼ਰੂਰੀ ਨੇ। ਲਾਈਕ ਤੁਸੀਂ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ ਆ, ਤੁਹਾਡੇ ਲਾਵਾਂ ਦੀਆਂ ਪਿਕਚਰ ਹੋਣੀਆਂ ਜ਼ਰੂਰੀ ਆ। ਲਾਈਕ ਅਗਰ ਤੁਸੀਂ ਕਿਸੇ ਵੀ ਧਰਮ ਤੋਂ ਬਿਲੋਂਗ ਕਰਦੇ ਹੈ ਨਾ, ਤੁਹਾਡੇ ਰਿਚੁਅਲਸ ਜਿਹੜੇ ਆ ਉੱਥੇ ਪਿਕਚਰਸ ਵਿੱਚ ਦਿਖਣੇ ਚਾਹੀਦੇ ਨੇ। ਸੋ ਤੁਹਾਡੇ ਰਿਲੇਟਿਵਸ ਦਿਖਣੇ ਚਾਹੀਦੇ ਨੇ, ਮਤਲਬ ਗੈਦਰਿੰਗ ਹੋਈ ਦਿਖਣੀ ਚਾਹੀਦੀ ਆ ਕਿ ਐਕਚੁਅਲ ਦੇ ਵਿੱਚ ਇਹ ਵਿਆਹ ਹੋਇਆ ਸੀ ਜਾਂ ਹੈ ਨਾ, ਮਤਲਬ ਕਿ ਤੁਹਾਡਾ ਜਾਂ ਮੈਰਿਜ ਕਾਰਡ ਵਗੈਰਾ ਲਗਾ ਲਓ ਜਾਂ ਕੁਛ ਵੀ ਇਨਵੀਟੇਸ਼ਨ ਕਾਰਡ ਲਗਾ ਲਓ ਜਾਂ ਕੋਈ ਵੀ ਚੀਜ਼ ਲਗਾ ਲਓ, ਪ੍ਰੂਫ ਜਿਹੜੇ ਹੋਣੇ ਚਾਹੀਦੇ ਸਟਰੋਂਗ ਹੋਣੇ ਚਾਹੀਦੇ ਆ। ਸੋ ਬਾਅਦ ਵਿੱਚ ਆ ਜਾਂਦੇ ਕਿ ਆਪਣਾ ਪਾਰਟਨਰ ਜਿਹੜਾ ਆ ਉਹ ਜਰਮਨੀ ਆ ਗਿਆ, ਕਿਸੇ ਸਟੇਟ ਐਗਰੀਗੇਟਿਵ ਯੂਨੀਵਰਸਿਟੀ ਵਿੱਚ ਆ ਗਿਆ ਹੈ ਨਾ। ਸੋ ਯੂਨੀਵਰਸਿਟੀ ਵਿੱਚ ਉਹ ਆਪਣੀ ਸਟੱਡੀ ਜਿਹੜੀ ਆ ਸਟਾਰਟ ਕਰ ਦਿੰਦਾ ਹੈ। ਸੋ ਜਦੋਂ ਹੀ ਉਹ ਆਪਣੀ ਸਟੱਡੀ ਸਟਾਰਟ ਕਰ ਦਿੰਦਾ, ਸੋ ਤੁਹਾਨੂੰ ਜਿਹੜਾ ਪਿੱਛੇ ਸਪਾਊਸ ਰਹਿ ਗਿਆ ਆ, ਲਾਈਕ ਕੋਈ ਪਾਰਟਨਰ ਰਹਿ ਗਿਆ ਨਾ, ਸੋ ਉਹਨੂੰ ਨਾਲ ਹੀ ਆਪਣੀ A1 ਲੈਂਗੁਏਜ ਸ਼ੁਰੂ ਕਰ ਦੇਣੀ ਚਾਹੀਦੀ ਆ। ਇੱਥੇ ਫਿਰ ਕੁਐਸਚਨ ਆ ਜਾਂਦਾ ਕਿ ਲੈਂਗੁਏਜ ਚਾਹੀਦੀ ਜਾਂ ਨਹੀਂ ਚਾਹੀਦੀ। ਸੋ 101% A1 ਲੈਂਗੁਏਜ ਚਾਹੀਦੀ ਆ। ਸੋ ਕਿਸੇ ਨੇ ਵੀ ਸਪਾਊਸ ਕੇਸ 'ਤੇ ਜਾਂ ਸਪਾਊਸ ਵੀਜ਼ੇ 'ਤੇ ਜਰਮਨੀ ਆਉਣਾ ਆ ਅਤੇ ਉਹਨੂੰ ਲੈਂਗੁਏਜ A1 ਸਰਟੀਫਿਕੇਟ ਚਾਹੀਦਾ ਆ। ਸੋ A1 ਕਿੱਥੋਂ ਕਰਨੀ ਆ ਜਾਂ ਆਪਾਂ ਉਹਦੇ ਪੇਪਰ ਕਿੱਥੇ ਹੁੰਦਾ ਆ, ਪੇਪਰ ਲਾਈਕ ਦਿੱਲੀ ਚੰਡੀਗੜ੍ਹ ਹੁੰਦਾ ਹੈ ਨਾ। ਸੋ ਕਿੱਥੋਂ ਕਰਨੀ ਆ, ਸੋ ਅਸੀਂ ਮੈਂ ਐਡਵਾਈਸ ਜ਼ਰੂਰ ਦੇ ਸਕਦਾ ਤੁਹਾਨੂੰ, ਤੁਸੀਂ ਇੰਸਟਾਗ੍ਰਾਮ 'ਤੇ ਜਾਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਆ ਨਾ। ਸੋ ਬਾਕੀ ਤੁਸੀਂ ਆਪਣੇ ਲਾਈਕ ਏਰੀਏ ਦੇ ਹਿਸਾਬ ਨਾਲ ਤੁਹਾਨੂੰ ਜਿੱਥੋਂ ਬੈਨੀਫਿਟ ਲੱਗਦਾ, ਆਪਣਾ ਕੋਈ ਕਮਿਸ਼ਨ ਬੇਸ ਕੰਮ ਨਹੀਂ ਹੈਗਾ ਕਿਸੇ ਨਾਲ, ਲਾਈਕ ਤੁਸੀਂ ਕਿਤੋਂ ਵੀ ਤੁਹਾਨੂੰ ਬੈਨੀਫਿਟ ਲੱਗਦਾ ਸੋ ਤੁਸੀਂ ਉਹ ਚੀਜ਼ ਕਰ ਸਕਦੇ ਆ ਹੈ ਨਾ। ਸੋ ਤੁਸੀਂ A1 ਨਾਲ ਹੀ ਸਟਾਰਟਿੰਗ ਕਰ ਦਿਓ। ਜਦੋਂ ਤੁਸੀਂ A1 ਕਰਨੀ ਸ਼ੁਰੂ ਕਰ ਦਿੱਤੀ, ਨਾਲ ਹੀ ਤੁਸੀਂ ਅਪੋਇੰਟਮੈਂਟ ਲੈ ਲਓ, ਬੁੱਕ ਕਰ ਲਓ ਕਿ ਆਪਣੇ A1 ਪੇਪਰ ਦੇ ਲਈ, ਤਾਂ ਕਿ ਤੁਹਾਡਾ ਜਿਹੜਾ ਸਟੈਪ ਬਾਏ ਸਟੈਪ ਚੱਲਦੇ ਰਹੋ, ਤਾਂ ਕਿ ਜਿਹੜਾ ਤੁਹਾਡਾ ਟਾਈਮ ਵੇਸਟ ਜ਼ਿਆਦਾ ਨਾ ਹੋਵੇ ਹੈ ਨਾ। ਸੋ ਜਦੋਂ ਤੁਸੀਂ A1 ਕਰ ਲੈਂਦੇ ਹੋ, ਸੋ ਤੁਹਾਨੂੰ ਜਿਹੜਾ ਲਾਈਕ ਤੁਹਾਡਾ ਜਿਹੜਾ ਇੱਕ ਡਾਕੂਮੈਂਟ ਕੰਪਲੀਟ ਹੋ ਗਿਆ, ਦੂਸਰਾ ਡਾਕੂਮੈਂਟ ਤੁਹਾਡਾ ਲਾਈਕ ਮੈਰਿਜ ਰਜਿਸਟ੍ਰੇਸ਼ਨ ਕੰਪਲੀਟ ਹੋ ਗਿਆ। ਸੋ ਥਰਡ ਡਾਕੂਮੈਂਟ ਆ ਜਾਂਦਾ ਸੀ ਜੀ ਬਲੋਕ ਅਕਾਊਂਟ। ਸਪਾਊਸ ਵੀਜ਼ੇ ਦੇ ਲਈ ਬਲੋਕ ਅਕਾਊਂਟ ਚਾਹੀਦਾ ਜਾਂ ਨਹੀਂ ਚਾਹੀਦਾ। ਸਪਾਊਸ ਵੀਜ਼ੇ ਦੇ ਲਈ ਬਲੋਕ ਅਕਾਊਂਟ ਲਾਈਕ ਐਮਬੈਸੀ ਦੇ ਹਿਸਾਬ ਨਾਲ ਲਾਈਕ ਮੈਟਰ ਕਰਦਾ। ਲਾਈਕ ਦਿੱਲੀ ਐਮਬੈਸੀ ਮੰਗਦੀ ਆ ਸਪਾਊਸ ਵੀਜ਼ੇ ਦੇ ਲਈ ਬਲੋਕ ਅਕਾਊਂਟ। ਬਹੁਤ ਸਾਰੀਆਂ ਲਾਈਕ ਇੱਕ ਮੇਰੇ ਫਰੈਂਡਸ ਨੇ, ਉਹਨਾਂ ਨੇ ਬੈਂਗਲੌਰ ਤੋਂ ਮੇਬੀ ਬੈਂਗਲੌਰ ਸੀ, ਸੋ ਉਹਨਾਂ ਨੇ ਉੱਥੋਂ ਫਾਈਲ ਲਗਾਈ ਸੀ। ਸੋ ਉੱਥੇ ਬਿਲੋਂਗ ਕਰਦੇ ਨੇ ਬਟ ਉਹਨਾਂ ਨੇ ਹਸਬੈਂਡ ਨੂੰ ਆਪਣੇ ਨੂੰ ਇਨਵਾਈਟ ਕੀਤਾ ਸੀ, ਲੇਕਿਨ ਉਹਨਾਂ ਦੇ ਲਈ ਹਸਬੈਂਡ ਨੇ ਬਲੋਕ ਅਕਾਊਂਟ ਨਹੀਂ ਮੰਗਿਆ ਸੀ ਹੈ ਨਾ। ਸੋ ਇਹ ਵੈਰੀ ਕਰਦਾ ਕਿ ਕੋਈ ਅੰਬੈਸੀ ਮੰਗ ਸਕਦੀ ਜਾਂ ਨਹੀਂ ਮੰਗ ਸਕਦੀ, ਬਟ ਤੁਹਾਨੂੰ ਪ੍ਰੀਪੇਅਰਡ ਹੋਣਾ ਬਹੁਤ ਜ਼ਰੂਰੀ ਆ। ਬਟ ਬਲੋਕ ਅਕਾਊਂਟ ਅਗਰ ਜੇ ਮੰਗਦੇ ਵੀ ਆ, ਉਹ ਲਾਈਕ 11,300 ਜਾਂ ਮਤਲਬ ਕਿ ਜ਼ਿਆਦਾ ਨਹੀਂ ਮੰਗਦੇ ਹੈਗੇ। ਬਲੋਕ ਅਕਾਊਂਟ ਉਹ ਮੰਗਦੇ ਕਿ ਜਿੰਨੇ ਤੁਹਾਡੇ ਪਾਰਟਨਰ ਦਾ ਵੀਜ਼ਾ ਵੈਲਿਡ ਹੈਗਾ ਆ, ਸੋ ਕਿੰਨੇ ਟਾਈਮ ਲਈ ਤੁਸੀਂ ਜਾਣਾ ਆ, ਉਸ ਦੇ ਹਿਸਾਬ ਨਾਲ 1 ਮੰਥ ਦੇ ਲਾਈਕ 400 ਯੂਰੋ ਜਾਂ 450 ਯੂਰੋ ਤੱਕ ਮੰਗ ਲੈਂਦੇ ਆ। ਕਿ ਮਤਲਬ ਕਿ ਅਗਰ ਤੁਸੀਂ 10 ਮਹੀਨੇ ਲਈ ਜਾਣਾ ਆ, ਸੋ ਤੁਹਾਡੇ ਤੋਂ ਉਹ 4000 ਦਾ ਬਲੋਕ ਅਕਾਊਂਟ ਮੰਗ ਸਕਦੇ। ਅਗਰ ਤੁਸੀਂ ਸਾਲ ਲਈ ਜਾਣਾ ਆ ਤਾਂ ਤੁਹਾਡੇ ਤੋਂ 5000 ਦਾ ਬਲੋਕ ਅਕਾਊਂਟ ਮੰਗ ਸਕਦੇ ਹੈ ਨਾ। ਸੋ ਇਹ ਚੀਜ਼ਾਂ ਹੁੰਦੀਆਂ ਨੇ, ਬਲੋਕ ਅਕਾਊਂਟ ਵੀ ਚਾਹੀਦਾ ਹੁੰਦਾ, ਤੁਹਾਨੂੰ ਜ਼ਰੂਰ ਪ੍ਰੀਪੇਅਰ ਹੋਣਾ ਬਹੁਤ ਜ਼ਰੂਰੀ ਆ। ਸੋ ਅੱਗੇ ਗੱਲ ਆ ਜਾਂਦੀ ਆ ਅੰਬੈਸੀ ਅਪੋਇੰਟਮੈਂਟ ਦੀ। ਸੋ ਬਹੁਤ ਡਿਫੀਕਲਟ ਹੋ ਜਾਂਦਾ, ਲਾਈਕ ਇਸੇ ਕਰਕੇ ਹੀ ਮੈਂ ਕਹਿ ਰਿਹਾ ਕਿ ਅਗਰ ਤੁਸੀਂ ਕਿਸੇ ਹੋਰ ਕੰਟਰੀ 'ਚ ਆਪਸ਼ਨ ਮਿਲਦੀ ਆ, ਸੋ ਤੁਸੀਂ ਸਪਾਊਸ ਕੇਸ ਲਗਾਉਣਾ ਆ ਜਾਂ ਤੁਸੀਂ ਮੈਰਿਡ ਹੋ, ਤੁਸੀਂ ਜਾ ਸਕਦੇ ਆ। ਕਿਉਂਕਿ ਪਹਿਲਾਂ ਤਾਂ A1 ਤੁਹਾਡੇ ਲਈ ਇੱਕ ਬੈਰੀਅਰ ਬਣ ਜਾਂਦਾ, ਠੀਕ ਆ। ਸੋ A1 ਕਰਨਾ ਬਹੁਤ ਜ਼ਰੂਰੀ ਆ। ਸੈਕਿੰਡ ਥਿੰਗ ਹੈਗੀ ਆ ਕਿ ਤੁਸੀਂ ਬਲੋਕ ਅਕਾਊਂਟ ਕਰਵਾਉਣਾ ਬਹੁਤ ਜ਼ਰੂਰੀ ਆ। ਥਰਡ ਥਿੰਗ ਆ ਜਾਂਦੀ ਆ ਫਿਰ ਅਪੋਇੰਟਮੈਂਟ ਮਿਲਣੀਆਂ ਇੰਨੀਆਂ ਕੁ ਜ਼ਿਆਦਾ ਔਖੀਆਂ ਨੇ। ਬਹੁਤ ਸਾਰੇ ਮੈਸੇਜ ਆਉਂਦੇ ਨੇ ਮੈਨੂੰ ਲਾਈਕ ਕਿ ਸਾਨੂੰ ਮਾਸਟਰ ਦੀ ਅਪੋਇੰਟਮੈਂਟ ਨਹੀਂ ਮਿਲਦੀ, ਬੈਚਲਰ ਦੀ ਅਪੋਇੰਟਮੈਂਟ ਨਹੀਂ ਮਿਲਦੀ। ਸੋ ਅਪੋਇੰਟਮੈਂਟ ਦੇ ਲਈ ਆਪਾਂ ਤੁਹਾਨੂੰ ਕੰਟੈਕਟ ਸ਼ੇਅਰ ਕਰ ਸਕਦੇ ਹਾਂ। ਬਹੁਤ ਸਾਰੇ ਕੰਟੈਕਟ ਹੈਗੇ ਨੇ ਜਿਹੜੇ ਅਪੋਇੰਟਮੈਂਟ ਦਿਲਵਾਉਂਦੇ ਨੇ ਹੈ ਨਾ, ਅਤੇ ਉਹ ਮੈਂ ਤੁਹਾਡੇ ਨਾਲ ਕੰਟੈਕਟ ਸ਼ੇਅਰ ਕਰ ਸਕਦਾ। ਅਗਰ ਤੁਸੀਂ ਮੈਨੂੰ ਮੈਸੇਜ ਕਰ ਦਿਓ
ਲਾਈਕ ਤੁਸੀਂ ਉਹਨਾਂ ਨੂੰ ਮੈਸੇਜ ਕਰਕੇ ਆਪਣੀ ਅਪੋਇੰਟਮੈਂਟ ਡੇਟ ਵਗੈਰਾ ਜਾਂ ਉਹਨਾਂ ਨਾਲ ਤੁਸੀਂ ਕੁਛ ਵੀ ਮਤਲਬ ਕਿ ਆਪਣਾ ਐਡਜਸਟ ਕਰ ਸਕਦੇ ਹੋ, ਹੈ ਨਾ। ਸੋ ਰਹੀ ਗੱਲ ਬਾਅਦ ਵਿੱਚ ਤੁਸੀਂ ਅਪੋਇੰਟਮੈਂਟ ਲੈ ਲੈਂਦੇ ਹੋ, ਅੰਬੈਸੀ ਅਪੋਇੰਟਮੈਂਟ ਲੈ ਲੈਂਦੇ ਹੋ। ਸੋ ਉੱਥੇ ਜਿਹੜੇ ਤੁਹਾਨੂੰ ਡਾਕੂਮੈਂਟ ਚਾਹੀਦੇ ਤੁਹਾਡੇ ਜਰਮਨ ਵਾਲੇ ਸਪਾਊਸ ਤੋਂ, ਜਰਮਨ ਵਾਲੇ ਪਾਰਟਨਰ ਤੋਂ ਕੀ ਕੀ ਚਾਹੀਦੇ ਨੇ। ਸੋ ਜਿਹੜਾ ਆਲਰੇਡੀ ਜਰਮਨ ਰਹਿੰਦਾ ਆ ਜਾਂ ਵਾਈਫ ਦਾ ਹਸਬੈਂਡ, ਉਹਨੂੰ ਚਾਹੀਦਾ ਕਿ ਫਸਟ ਆਫ ਆਲ ਲਾਈਕ ਘਰ ਦੀ ਅਨਮੈਲਡਿੰਗ। ਸੋ ਤੁਹਾਡੀ ਅਨਮੈਲਡਿੰਗ ਹੋਣੀ ਬਹੁਤ ਜ਼ਰੂਰੀ ਆ। ਸੋ ਸੈਕਿੰਡ ਥਿੰਗ, ਸੇਮ ਅਨਮੈਲਡਿੰਗ 'ਤੇ ਹਾਊਸ ਕੰਟਰੈਕਟ ਹੋਣਾ ਬਹੁਤ ਜ਼ਰੂਰੀ ਆ। ਸੋ ਤੁਹਾਡੀ ਸੇਮ ਅਨਮੈਲਡਿੰਗ ਹੋਵੇ, ਹਾਊਸ ਕੰਟਰੈਕਟ ਹੋਵੇ। ਹਾਊਸ ਕੰਟਰੈਕਟ ਲਾਈਕ ਮੋਰ ਦੈਨ 1 ਈਅਰ ਹੋਣਾ ਚਾਹੀਦਾ ਆ। ਸੋ ਉਹਦੇ 'ਤੇ ਪ੍ਰੋਪਰ ਸਾਰਾ ਕੁਛ ਲਿਖਿਆ ਹੋਣਾ ਚਾਹੀਦਾ ਕਿ ਇੰਨੇ ਰੈਂਟ ਪੇ ਕਰਨਾ ਹੈ, ਇੰਨੇ ਰੂਮ ਆ, ਇੰਨੇ, ਹੈ ਨਾ। ਮਤਲਬ ਕਿ ਅਗਰ ਤੁਸੀਂ ਹਾਊਸ ਕੰਟਰੈਕਟ ਲੈਂਦੇ ਹੋ ਸੋ ਉਹਦੇ ਵਿੱਚ ਤੁਹਾਨੂੰ ਸਾਰਾ ਕੁਛ ਇਹ ਦੇਖਣਾ ਪੈਣਾ ਆ ਕਿ ਕਿੱਦਾਂ ਅਸੀਂ ਲਾਈਕ ਸਾਡੇ ਰੂਮਸ ਨੇ, ਕੀ ਨੇ, ਕੀ ਐਡਰੈਸ ਆ, ਉਹ ਤੁਹਾਡੀ ਸਪਾਊਸ ਨੂੰ ਉੱਧਰ ਯਾਦ ਵੀ ਕਰਨਾ ਪੈਣਾ ਤਾਂ ਜੋ ਤੁਹਾਨੂੰ ਇੰਟਰਵਿਊ ਦੇ ਵਿੱਚ ਵੀ ਇਹ ਚੀਜ਼ ਪੁੱਛ ਸਕਦੇ ਆ ਕਿ ਤੁਹਾਡੇ ਉੱਥੇ ਪਾਰਟਨਰ ਜਿਹੜਾ ਜਰਮਨੀ ਆ ਉਹ ਕਿੱਥੇ ਰਹਿੰਦੇ ਨੇ, ਐਡਰੈਸ ਕੀ ਆ, ਹੈ ਨਾ। ਅਤੇ ਉਸ ਘਰ ਦੇ ਵਿੱਚ ਕਿੰਨੇ ਰੂਮ ਨੇ, ਕਿਚਨ ਨੇ, ਸੋ ਸਾਰਾ ਕੁਝ ਉਹ ਤੁਹਾਨੂੰ ਲਾਈਕ ਜੋ ਤੁਹਾਡੇ ਕੰਟਰੈਕਟ 'ਤੇ ਇੱਧਰ ਉਹ ਬਣ ਗਿਆ ਉਹ ਤੁਹਾਨੂੰ ਜਦੋਂ ਤੁਸੀਂ ਭੇਜ ਦਿੰਦੇ ਆ ਆਪਣੇ ਪਾਰਟਨਰ ਕੋਲ, ਉਹ ਚੀਜ਼ ਜ਼ਰੂਰ ਯਾਦ ਕਰ ਲੈਣਾ, ਹੈ ਨਾ। ਸੋ ਥਰਡ ਥਿੰਗ ਇੱਥੇ ਆ ਜਾਂਦੀ ਤੁਹਾਡਾ ਯੂਨੀਵਰਸਿਟੀ ਇਨਰੋਲਮੈਂਟ ਲੈਟਰ ਕਿ ਤੁਸੀਂ ਕਿਸੇ ਯੂਨੀਵਰਸਿਟੀ ਵਿੱਚ ਇਨਰੋਲਡ ਹੋ, ਹੈ ਨਾ। ਸੋ ਫੋਰਥ ਥਿੰਗ ਆ ਜਾਂਦੀ ਆ ਸਮ ਟਾਈਮ ਤੁਹਾਡੀ ਬੈਂਕ ਸਟੇਟਮੈਂਟ ਇੱਥੇ ਦੀ ਮੰਗ ਸਕਦੇ ਨੇ ਕਿ ਤੁਸੀਂ ਆਪਣੇ ਖਰਚੇ ਕਿੱਦਾਂ ਮੇਨਟੇਨ ਕਰ ਰਹੇ ਹੋ, ਹੈ ਨਾ। ਸੋ ਜਿਹੜਾ ਤੁਹਾਡਾ ਹਾਊਸ ਕੰਟਰੈਕਟ ਉਹ ਤੁਸੀਂ ਕਿੱਦਾਂ ਲੈਣਾ, ਲਾਈਕ ਅਗਰ ਤੁਸੀਂ ਨੋਰਮਲੀ ਹਾਊਸ ਕੰਟਰੈਕਟ ਬਾਏ ਕਰਦੇ ਜਾਂ ਕੁਛ ਵੀ ਕਰਦੇ ਨਾ, ਸੋ ਉਹ ਤੁਸੀਂ ਮੈਨੂੰ ਮੈਸੇਜ ਕਰ ਸਕਦੇ, ਆਪਾਂ ਤੁਹਾਡਾ ਐਡਜਸਟਮੈਂਟ ਕਰ ਸਕਦੇ, ਉਹਦੇ ਵਿੱਚ ਵੀ ਲਾਈਕ ਤੁਹਾਡੀ ਹੈਲਪ ਕਰ ਸਕਦਾ ਨਾ ਮੈਂ ਕਿ ਤੁਸੀਂ ਕਿੱਦਾਂ ਹਾਊਸ ਕੰਟਰੈਕਟ ਲੈਣਾ ਜਾਂ ਨਹੀਂ। ਸੋ ਜਦੋਂ ਤੁਸੀਂ ਉਹ ਲੈਣਾ ਹੈ ਨਾ, ਉਹਦੇ ਵਿੱਚ ਵੀ ਤੁਹਾਨੂੰ ਇਹ ਹੋਣਾ ਚਾਹੀਦਾ ਕਿ ਤੁਹਾਡੀ ਅਗਰ ਮੰਥਲੀ ਪੇ ਹੈਗੀ ਆ 1000 ਐਂਡ ਤੁਸੀਂ ਹਾਊਸ ਕੰਟਰੈਕਟ 500 ਜਾਂ 400 ਤੱਕ ਲੈ ਸਕਦੇ ਹੋ। ਅਗਰ ਤੁਸੀਂ 700-800 ਤੱਕ ਲੈਂਦੇ ਆ ਸੋ ਤੁਹਾਡੇ ਵਾਈਫ ਦੇ ਹਸਬੈਂਡ ਦਾ ਵੀਜ਼ਾ ਰਿਜੈਕਸ਼ਨ ਆ ਸਕਦੀ ਹੈ ਕਿ ਇਹ ਤੁਹਾਡਾ ਖਰਚਾ ਕਿੱਦਾਂ ਕਰੂਗਾ, ਕਿਉਂਕਿ 5000 ਰੁਪਈਆ ਤੁਸੀਂ ਇਨਕਮ ਲੈ ਰਹੇ ਹੋ, 700 ਤੁਸੀਂ ਰੈਂਟ ਦੇ ਰਹੇ ਹੋ, ਸੋ 300 ਦੇ ਵਿੱਚ ਤੁਹਾਡਾ ਦੋਵਾਂ ਦਾ ਐਡਜਸਟਮੈਂਟ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਨਾ। ਸੋ ਇਹ ਚੀਜ਼ 'ਤੇ ਵੀਜ਼ਾ ਰਿਜੈਕਸ਼ਨ ਆ ਸਕਦੀ। ਸੋ ਤੁਸੀਂ ਆਪਣੇ ਪੇ ਦੇ ਹਿਸਾਬ ਨਾਲ ਹੀ ਹਾਊਸ ਕੰਟਰੈਕਟ ਲੈਣਾ ਕਿ ਕਿੰਨੇ ਟਾਈਮ ਦਾ ਅਸੀਂ ਹਾਊਸ ਕੰਟਰੈਕਟ ਲੈ ਸਕਦੇ ਹਾਂ। ਸੋ ਨੈਕਸਟ ਥਿੰਗ ਆ ਜਾਂਦੀ ਹੈ ਜਦੋਂ ਹਾਊਸ ਕੰਟਰੈਕਟ ਮਿਲ ਜਾਂਦਾ, ਅਨਮੈਲਡਿੰਗ ਹੋ ਜਾਂਦੀ ਹੈ, ਯੂਨੀਵਰਸਿਟੀ ਇਨਰੋਲਮੈਂਟ ਲੈਟਰ ਹੋ ਜਾਂਦਾ ਹੈ, ਤੁਹਾਡੀਆਂ ਪੇ ਸਲਿੱਪ ਲੱਗਦੀਆਂ ਨੇ। ਸੋ ਜਿੰਨੀਆਂ ਵੀ ਤੁਸੀਂ ਲਾਸਟ 3 ਮੰਥ ਦੀਆਂ ਵੈਸੇ ਹੁੰਦੀਆਂ ਨੇ, ਸੋ ਤੁਸੀਂ 4 ਮੰਥ ਦੀਆਂ ਲਗਾ ਸਕਦੇ ਹੋ। ਸੋ ਉਸ ਤੋਂ ਬਾਅਦ ਤੁਹਾਡਾ ਜਿਹੜਾ ਆ ਇੱਕ ਵੈਲਿਡ ਵੀਜ਼ਾ ਲੱਗਦਾ। ਸੋ ਵੀਜ਼ੇ 'ਤੇ ਫਿਰ ਤੋਂ ਕੁਐਸਚਨ ਖੜਾ ਹੋ ਜਾਂਦਾ ਆ। ਬਹੁਤ ਸਾਰੀਆਂ ਅੰਬੈਸੀ ਇਹ ਕਹਿੰਦੀਆਂ ਨੇ ਕਿ ਜਿਹੜਾ ਤੁਹਾਡਾ ਵੈਲਿਡ ਵੀਜ਼ਾ ਉਹ 1 ਈਅਰ ਹੋਣਾ ਚਾਹੀਦਾ, ਕਿ 1 ਸਾਲ ਦਾ ਤੁਹਾਡੇ ਤੋਂ ਵੈਲਿਡ ਵੀਜ਼ਾ ਹੋਣਾ ਚਾਹੀਦਾ ਇੱਥੇ। ਸੋ ਬਹੁਤ ਸਾਰੀਆਂ ਅੰਬੈਸੀ ਇਹ ਕਹਿੰਦੀਆਂ ਨੇ ਕਿ 2 ਸਾਲ ਤੁਹਾਨੂੰ ਆਲਰੇਡੀ ਰਹਿੰਦਿਆਂ ਨੂੰ ਇੱਥੇ ਹੋ ਜਾਣੇ ਚਾਹੀਦੇ ਨੇ, ਫਿਰ ਤੁਸੀਂ ਆਪਣੇ ਹਸਬੈਂਡ ਜਾਂ ਵਾਈਫ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ, ਹੈ ਨਾ। ਸੋ ਬਹੁਤ ਸਾਰੀ ਲਾਈਕ ਕੰਪਲੀਕੇਸ਼ਨਸ ਹੈਗੀਆਂ ਨੇ ਇੱਥੇ। ਅਗਰ ਤੁਸੀਂ ਪ੍ਰੋਪਰ ਕਲੀਅਰ ਮੈਂਸ਼ਨ ਹੀ ਹੈਗਾ। ਸੋ ਅਗਰ ਚੈੱਕਲਿਸਟ ਦੇ ਹਿਸਾਬ ਨਾਲ ਦੇਖਿਆ ਜਾਵੇ, ਉਹਨਾਂ ਨੇ ਇਹ ਕਿਹਾ ਕਿ ਤੁਹਾਡੇ ਜਿਹੜੀ ਤੁਸੀਂ ਅਨਮੈਲਡਿੰਗ ਦਿੱਤੀ ਉੱਥੇ ਤੁਹਾਨੂੰ 6 ਮੰਥ ਪੁਰਾਣੀ ਨਹੀਂ ਹੋਣੀ ਚਾਹੀਦੀ, ਲੇਟੈਸਟ ਹੋਣੀ ਚਾਹੀਦੀ ਆ, ਜਾਂ ਤੁਹਾਨੂੰ ਰਹਿੰਦਿਆਂ ਨੂੰ 1 ਸਾਲ ਦਾ ਵੀਜ਼ਾ ਹੋਣਾ ਚਾਹੀਦਾ, ਬਸ ਹੋਰ ਕੁਛ ਨਹੀਂ। ਬਟ ਅੰਬੈਸੀ 'ਤੇ ਡਿਪੈਂਡ ਕਰਦਾ, ਕਈ ਅੰਬੈਸੀ ਇਹ ਕਹਿ ਰਹੀਆਂ ਨੇ ਕਿ ਤੁਹਾਨੂੰ ਇੱਥੇ ਰਹਿੰਦਿਆਂ ਨੂੰ 2 ਸਾਲ ਹੋਣੇ ਚਾਹੀਦੇ, ਫਿਰ ਤੁਸੀਂ ਆਪਣੇ ਸਪਾਊਸ ਨੂੰ ਇਨਵਾਈਟ ਕਰ ਸਕਦੇ ਆ। ਸੋ ਕਈ ਅੰਬੈਸੀ ਇਹ ਕਹਿੰਦੀਆਂ ਨੇ ਕਿ ਤੁਹਾਡਾ ਜਿਹੜਾ 1 ਸਾਲ ਦਾ ਵੈਲਿਡ ਵੀਜ਼ਾ ਹੈਗਾ, ਸੋ ਤੁਹਾਡੀ ਫਾਈਲ ਐਕਸੈਪਟ ਕਰ ਲਈ ਜਾਂਦੀ ਹੈ। ਸੋ ਤੁਹਾਨੂੰ ਅਗਰ ਵੀਜ਼ਾ ਇਸ਼ੂ ਕਰ ਦਿੱਤਾ ਜਾਂਦਾ, ਹੈ ਨਾ। ਸੋ ਬਹੁਤ ਸਾਰੀਆਂ ਲਾਈਕ ਅੰਬੈਸੀਸ ਇਹ ਨੇ ਇੱਦਾਂ ਦੀਆਂ ਨੇ, ਲਾਈਕ ਦਿੱਲੀ ਦੀ ਅੰਬੈਸੀ ਇਹ ਹੈਗੀ ਆ, ਉਹ ਫਾਈਲ ਫੜਦੇ ਨਹੀਂ ਹੈਗੇ, ਫਾਈਲ ਵਾਪਸ ਕਰ ਦਿੰਦੇ ਕਿ ਤੁਹਾਡਾ ਇਹ ਡਾਕੂਮੈਂਟ ਮਿਸਿੰਗ ਹੈ, ਇਹ ਡਾਕੂਮੈਂਟ ਮਿਸਿੰਗ ਆ। ਸੋ ਪ੍ਰੋਪਰ ਅਗਰ ਤੁਹਾਨੂੰ ਤੁਸੀਂ ਏਜੰਟ ਕਰ ਰਹੇ ਹੋ, ਸੋ ਪ੍ਰੋਪਰ ਚੈੱਕਲਿਸਟ ਦੇ ਹਿਸਾਬ ਨਾਲ ਆਪਣੇ ਡਾਕੂਮੈਂਟ ਕੱਲਾ ਡਾਕੂਮੈਂਟ ਆਪਣਾ ਜ਼ਰੂਰ ਲੈ ਕੇ ਜਾਓ, ਆਪਣੀ ਵਿਆਹ ਦੀ ਐਲਬਮ ਵੀ ਲੈ ਕੇ ਜਾਓ। ਉਹ ਪਤਾ ਨਹੀਂ ਤੁਹਾਡੇ ਤੋਂ ਕਿਹੜੀ ਫੋਟੋ ਮੰਗ ਲੈਣ, ਸਾਰਾ ਕੁਛ ਆਪਣਾ ਪ੍ਰੋਪਰ ਲੈ ਕੇ ਜਾਓ। ਅੰਬੈਸੀ ਫੀਸ ਤੁਹਾਡੀ ਹੁੰਦੀ ਆ 6 ਤੋਂ 7000 ਜਾਂ 8000 ਤੱਕ, ਮੇਬੀ 6500-7000 ਤੱਕ ਹੁੰਦੀ ਆ ਅੰਬੈਸੀ ਫੀਸ। ਤੁਸੀਂ ਇੰਨੇ ਕੁ ਪੈਸੇ ਕੈਰੀ ਕਰਕੇ ਲੈ ਕੇ ਜਾਓ। ਇੱਕ ਉੱਥੇ ਹੋਰ ਲਾਈਕ ਪੈਸੇ ਲੱਗਦੇ ਨੇ 20 ਤੋਂ 30000 ਰੁਪਈਆ ਲੱਗ ਜਾਂਦਾ, ਉਹ ਮੈਰਿਜ ਵੈਰੀਫਿਕੇਸ਼ਨ। ਉਹ ਮੈਰਿਜ ਵੈਰੀਫਿਕੇਸ਼ਨ ਦੀ ਫੀਸ ਲੈ ਲੈਂਦੇ ਨੇ, ਉਹ ਵੀ ਬਹੁਤ ਰੀਅਰ ਚਾਂਸ ਹੁੰਦੇ ਨੇ, ਕਈਆਂ ਤੋਂ ਲੈਂਦੇ ਨੇ, ਕਈਆਂ ਤੋਂ ਨਹੀਂ ਲੈਂਦੇ ਨੇ, ਹੈ ਨਾ। ਮੈਰਿਜ ਵੈਰੀਫਿਕੇਸ਼ਨ ਦੀ ਜਿੰਨੀ ਵੀ ਫੀਸ ਲੱਗਦੀ ਹੈ ਉਹ 20 ਤੋਂ 30000 ਹੁੰਦੀ ਹੈ। ਉਹ ਵੀ ਤੁਹਾਡੇ ਕੋਲ ਔਨ ਦਾ ਸਪੋਟ ਮਨੀ ਹੋਣੀ ਚਾਹੀਦੀ ਹੈ, ਕਿਉਂਕਿ ਇਸ ਚੀਜ਼ ਦੇ ਉੱਤੇ ਵੀ ਉਹ ਤੁਹਾਨੂੰ ਕਹਿ ਸਕਦੇ ਨੇ ਤੁਸੀਂ ਨੈਕਸਟ ਟਾਈਮ
ਹੈ। ਸੋ ਨੈਕਸਟ ਟਾਈਮ ਜਾਣਾ ਇੱਕ ਤਾਂ ਪੰਜਾਬ ਤੋਂ ਦਿੱਲੀ ਜਾਣਾ ਬਹੁਤ ਲੰਬਾ ਰਸਤਾ ਆ, ਉੱਪਰੋਂ ਅਪੋਇੰਟਮੈਂਟ ਲੈਣਾ, ਉਹ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਪੈਸਿਆਂ ਦੀ ਅਪੋਇੰਟਮੈਂਟ ਲਈਆਂ ਜਾਂਦੀਆਂ ਨੇ। ਸੋ ਇੱਕ ਤਾਂ ਇੰਨਾ ਟਾਈਮ ਵੇਸਟ ਕਰ ਲੈਣਾ ਆਪਣਾ, ਹੈ ਨਾ। ਸੋ ਇਸ ਕਰਕੇ ਤੁਸੀਂ ਇੰਨੇ ਕੁ ਪੈਸੇ ਕੈਰੀ ਕਰਕੇ ਲੈ ਕੇ ਜਾਓ। 30 ਤੋਂ 40,000 ਰੁਪਇਆ ਤੁਹਾਡੇ ਕੋਲ ਹੋਣਾ ਚਾਹੀਦਾ ਆ ਉੱਥੇ, ਠੀਕ ਹੈ। ਉਹ ਕਈ ਵਾਰ ਕਾਰਡ ਤੋਂ ਲੈਂਦੇ ਨੇ, ਬਟ ਤੁਹਾਡੇ ਤੋਂ ਕੈਸ਼ ਹੋਵੇ ਸੋ ਜ਼ਿਆਦਾ ਬੈਟਰ ਆ। ਸੋ ਇਨਵੈਲਡਿੰਗ ਦੀ ਗੱਲ ਹੋ ਗਈ, ਹਾਊਸ ਕੰਟਰੈਕਟ ਦੀ ਗੱਲ ਹੋ ਗਈ, ਉਸ ਤੋਂ ਬਾਅਦ ਤੁਹਾਡਾ ਲਾਈਕ ਯੂਨੀਵਰਸਿਟੀ ਇਨਰੋਲਮੈਂਟ ਲੈਟਰ ਹੋ ਗਿਆ। ਸੋ ਲਾਈਕ ਤੁਸੀਂ ਮਤਲਬ ਕਿ ਇੱਥੋਂ ਬਸ ਜਰਮਨੀ ਤੋਂ ਇਹੀ ਡਾਕੂਮੈਂਟ ਲੱਗਣੇ ਨੇ। ਸੋ ਉੱਥੋਂ ਵੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹੈ ਕਿ ਡਾਕੂਮੈਂਟ ਲੱਗਣੇ ਨੇ। ਸੋ ਅਗਰ ਤੁਸੀਂ ਫਾਈਲ ਖੁਦ ਰੈਡੀ ਕਰ ਰਹੇ ਹੋ, ਸੋ ਖੁਦ ਰੈਡੀ ਕਰਨਾ ਫਾਈਲ ਬਹੁਤ ਜ਼ਿਆਦਾ ਲਾਈਕ ਨੋਰਮਲ ਚੀਜ਼ ਹੈਗੀ ਆ, ਬਹੁਤ ਹੀ ਜ਼ਿਆਦਾ ਸਿੰਪਲ ਆ ਅਗਰ ਤੁਸੀਂ ਖੁਦ ਰੈਡੀ ਕਰ ਰਹੇ ਹੋ। ਸੋ ਉਹ ਵੀ ਮੈਂ ਤੁਹਾਨੂੰ ਲਾਈਕ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੇਣਾ ਕਿ ਤੁਸੀਂ ਕਿਸ ਲਿੰਕ 'ਤੇ ਜਾ ਕੇ ਆਪਣੀ ਫਾਈਲ ਰੈਡੀ ਕਰ ਸਕਦੇ ਹੋ। ਅਗਰ ਤੁਹਾਨੂੰ SOP ਵਿੱਚ ਕੋਈ ਵੀ ਡਾਊਟ ਆਉਂਦਾ, ਸੋ SOP ਬਣਾਉਣ ਦੇ ਲਈ ਮੈਂ ਤੁਹਾਡੀ ਖੁਦ ਹੈਲਪ ਕਰ ਸਕਦਾ। ਸੋ SOP ਦੇ ਲਈ ਆਪਣੇ ਤੋਂ ਬਹੁਤ ਵਧੀਆ ਇੱਕ ਟੀਚਰ ਨੇ, ਬੈਂਗਲੌਰ ਤੋਂ ਹੈਗੇ ਨੇ, ਹੈ ਨਾ। ਸੋ ਉਹ ਬਹੁਤ ਸਾਰੀਆਂ SOP ਲਿਖਦੇ ਰਹਿੰਦੇ ਨੇ। ਸੋ ਆਪਾਂ ਤੁਹਾਨੂੰ ਉਹਨਾਂ ਦਾ ਕੰਟੈਕਟ ਨੰਬਰ ਦੇ ਦਾਂਗੇ। ਸੋ ਤੁਸੀਂ ਉਹਨਾਂ ਤੋਂ SOP ਬਣਵਾ ਸਕਦੇ ਹੋ ਅਗਰ ਤੁਸੀਂ ਖੁਦ ਆਪਣੀ ਫਾਈਲ ਪ੍ਰਪੇਅਰ ਕਰਨਾ ਚਾਹੁੰਦੇ ਹੋ, ਹੈ ਨਾ। ਸੋ ਜਦੋਂ ਤੁਸੀਂ ਇੱਥੇ ਆ ਜਾਂਦੇ, ਇੱਥੋਂ ਬਹੁਤ ਸਾਰੀਆਂ ਆਪਸ਼ਨਸ ਨਿਕਲ ਜਾਂਦੀਆਂ ਨੇ ਅਗਰ ਤੁਸੀਂ ਕਿਸੇ ਹੋਰ ਕੰਟਰੀ 'ਚ ਮੂਵ ਹੋਣਾ ਆ। ਸੋ ਆਲਰੇਡੀ ਮੈਂ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਦੱਸ ਚੁੱਕਾ ਹਾਂ। ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਦੱਸਿਆ ਸੀ ਕਿ ਤੁਸੀਂ ਕਿੱਦਾਂ ਇੱਥੋਂ ਵੀ ਅੱਗੇ ਮੂਵ ਹੋ ਸਕਦੇ, ਜਾਂ ਅਗਰ ਤੁਹਾਡਾ ਰਹਿਣ ਦਾ ਨਹੀਂ ਪਲਾਨ ਹੈਗਾ ਸੋ ਅੱਗੇ ਤੁਸੀਂ ਕਿੱਦਾਂ ਮੂਵ ਹੋ ਸਕਦੇ ਆ, ਹੈ ਨਾ। ਸੋ ਇਹ ਸਪਾਊਸ ਵੀਜ਼ੇ 'ਤੇ ਫੁੱਲ ਐਂਡ ਫਾਈਨਲ ਡਿਟੇਲ ਸੀ ਕਿ ਕੀ ਚਾਹੀਦਾ ਹੁੰਦਾ, ਕੀ ਨਹੀਂ ਚਾਹੀਦਾ ਹੁੰਦਾ। ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ, ਮੈਂ ਖੁਦ ਪਰੇਸ਼ਾਨ ਹੋ ਚੁੱਕਾ ਸੀ ਕਿ ਮੈਂ ਵੀਡੀਓ ਕਰਨੀ ਆ ਸਪਾਊਸ ਵੀਜ਼ੇ, ਸੋ ਮੈਂ ਕਿੱਦਾਂ ਕਰਾਂ। ਸੋ ਕੀ ਮੈਂ ਚੀਜ਼ਾਂ ਦੱਸਾਂ, ਬਟ ਅਗਰ ਚੈੱਕਲਿਸਟ ਪੜ੍ਹਦੇ ਹਾਂ ਸੋ ਚੈੱਕਲਿਸਟ ਦੇ ਹਿਸਾਬ ਨਾਲ ਬਹੁਤ ਚੀਜ਼ਾਂ ਲਾਈਕ ਅਗਰ ਗੂਗਲ 'ਤੇ ਕੋਈ ਵੀ ਇਨਫੋਰਮੇਸ਼ਨ ਹੁੰਦੀ ਆ, ਜਾਂ ਕਿਸੇ ਵੀ ਕੰਟਰੀ ਦੀ ਅਫੀਸ਼ੀਅਲ ਸਾਈਟ 'ਤੇ ਕੋਈ ਵੀ ਇਨਫੋਰਮੇਸ਼ਨ ਹੁੰਦੀ ਆ, ਉਹ ਨੋ ਡਾਊਟ ਕਿ ਉਹ ਸਹੀ ਹੋ ਸਕਦੀ ਆ, ਬਟ ਉਹ ਪਰਸਨ ਟੂ ਪਰਸਨ ਫਾਈਲ ਦੇ ਹਿਸਾਬ ਨਾਲ, ਆਪਣੀ ਬੈਕਗਰਾਊਂਡ ਦੇ ਹਿਸਾਬ ਨਾਲ ਮੀਟ ਨਹੀਂ ਕਰ ਪਾਉਂਦੀ, ਹੈ ਨਾ। ਕਈ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਫਾਈਲ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਸੇ ਦੀ ਕਿਸ ਤਰ੍ਹਾਂ ਦੀ ਫਾਈਲ ਹੁੰਦੀ ਆ। ਸੋ ਕੋਈ ਕਿਸੇ ਕੰਟਰੀ 'ਚੋਂ ਰਿਜੈਕਸ਼ਨ ਆਈ ਹੁੰਦੀ ਆ। ਸੋ ਇਹ ਚੀਜ਼ਾਂ ਮੈਟਰ ਕਰਦੀਆਂ ਨੇ। ਸੋ ਬਹੁਤ ਸਾਰੀਆਂ ਵੀਡੀਓ ਤਾਂ ਦੇਖੀਆਂ ਸੀ, ਉਹਦੇ ਵਿੱਚ ਕੁਛ ਇੱਦਾਂ ਦਾ ਕੁਛ ਵੀ ਮੈਂਸ਼ਨ ਨਹੀਂ ਕੀਤਾ ਹੁੰਦਾ। ਉਹਦੇ ਵਿੱਚ ਉਹਨਾਂ ਨੇ ਇਹ ਸਿਰਫ ਦਿੱਤਾ ਚੈੱਕਲਿਸਟ ਦੇ ਹਿਸਾਬ ਨਾਲ ਆਪਣੇ ਡਾਕੂਮੈਂਟ ਅਰੇਂਜ ਕਰੋ। ਸੋ ਉਹਨਾਂ ਨੇ ਚੈੱਕਲਿਸਟ ਬੋਲ ਕੇ ਤੁਹਾਨੂੰ ਦੱਸਦੀ ਆ ਆਹ ਡਾਕੂਮੈਂਟ ਚਾਹੀਦੇ ਆ ਸਪਾਊਸ ਵੀਜ਼ੇ ਦੇ ਲਈ, ਬਟ ਮੈਂ ਤੁਹਾਨੂੰ ਕੱਲੀ ਚੀਜ਼ ਐਕਸਪਲੇਨ ਕਰ ਚੁੱਕਾ ਕਿ ਤੁਹਾਨੂੰ ਕੱਲਾ ਡਾਕੂਮੈਂਟ ਐਕਸਪਲੇਨ ਕਰ ਦਿੱਤਾ ਕਿ ਤੁਹਾਨੂੰ ਕੀ ਚਾਹੀਦਾ ਆ, ਕੀ ਨਹੀਂ ਚਾਹੀਦਾ, ਠੀਕ ਹੈ ਜੀ। ਇਹ ਸੀ ਇਨਫੋਰਮੇਸ਼ਨ ਫੁੱਲ ਐਂਡ ਫਾਈਨਲ। ਤੁਸੀਂ ਸਪਾਊਸ ਵੀਜ਼ੇ ਦੇ ਲਈ ਅਪਲਾਈ ਕਰ ਸਕਦੇ ਹੋ। ਜਿਹੜੇ ਤੁਸੀਂ ਆਲਰੇਡੀ ਜਰਮਨੀ ਰਹਿ ਰਹੇ ਹੋ, ਤੁਸੀਂ ਇਕੱਲੇ ਆਪਣੇ ਪਾਰਟਨਰ ਨੂੰ ਜ਼ਰੂਰ ਬੁਲਾਓ। ਬੈਸਟ ਆਫ ਲੱਕ ਫॉर ਯੂਰ ਫਿਊਚਰ। ਸੋ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ। ਬਾਏ ਬਾਏ।